ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਥਿਤੀ ਕਬੀਰ ਜੀ ਕੀ। ਸੋ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਕਥਾ ਵਿਚਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 343 ਤੇ ਭਗਤ ਕਬੀਰ ਸਾਹਿਬ ਜੀ ਕਿਰਪਾ ਕਰ ਰਹੇ ਹਨ। ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਪੰਡਤ ਆਇਆ। ਉਸਨੇ ਆ ਕਰਕੇ ਬੇਨਤੀ ਕੀਤੀ ਕਿ ਮਹਾਰਾਜ, ਆਪ ਜੀ ਨੇ ਕਿਰਪਾ ਕਰਕੇ ਪਹਿਲਾਂ ਤਾਂ 52 ਅੱਖਰੀ ਦੁਆਰਾ ਉਪਦੇਸ਼ ਬਖਸ਼ਿਆ ਹੈ, ਪਰੰਤੂ ਥਿੱਤਾਂ ਤੇ ਵਾਰਾਂ ਦੀ ਵਿਚਾਰ ਆਪ ਜੀ ਨੇ ਕਦੇ ਸ਼ਰਵਣ ਨਹੀਂ ਕਰਵਾਈ ਕਿ ਥਿੱਤਾਂ ਤੇ ਵਾਰਾਂ ਕੀ ਮਹਾਤਮ ਹੈ। ਸੋ ਤੁਸੀਂ ਕਿਰਪਾ ਕਰਕੇ ਥਿੱਤਾਂ ਦੀ ਵਿਚਾਰ ਸੁਣਾਓ। ਇਸ ਪੰਡਤ ਦੀ ਬੇਨਤੀ ਸੁਣ ਕੇ ਭਗਤ ਕਬੀਰ ਸਾਹਿਬ ਜੀ ਥਿੱਤਾਂ ਦੁਆਰਾ ਥਿੱਤਾਂ ਤੇ ਵਾਰਾਂ ਦਾ ਭਰਮ ਕੱਢਦੇ ਹੋਏ ਕੀਰਤਨ ਪੂਜਾ ਛੱਡ ਕਰਕੇ ਕਰਤੇ ਦੀ ਪੂਜਾ ਕਰਨ ਵਾਸਤੇ ਉਪਦੇਸ਼ ਬਖਸ਼ਦੇ ਹਨ। ਥਿੱਤਾਂ ਵਾਰ ਭਾਵੇਂ ਕਰਤੇ ਪੁਰਖ ਨੇ ਆਪ ਬਣਾਏ ਹਨ, ਇਹਨਾਂ ਦੁਆਰਾ ਕਰਤੇ ਪੁਰਖ ਦੇ ਮਿਲਾਪ ਦੀ ਗੱਲ ਸਿਧਾਂਤ ਅਨੁਸਾਰ ਹੈ, ਪਰ ਥਿੱਤਾਂ ਵਾਰਾਂ ਦੀ ਪੂਜਾ ਅਗਿਆਨਤਾ ਕਾਰਨ ਹੈ। ਇਹ ਅਗਿਆਨ ਕੱਢਣ ਲਈ ਉਪਦੇਸ਼ ਬਖਸ਼ ਰਹੇ ਹਨ। ਪਹਿਲਾਂ ਮੱਸਿਆ ਤੋਂ ਸ਼ੁਰੂ ਕਰਕੇ ਪੁੰਨਿਆ ਤੇ ਭੋਗ ਪਾਉਣਗੇ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰ ਕਹੀਏ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਕਰਕੇ ਜਿਸ ਦੀ ਪ੍ਰਾਪਤੀ ਹੁੰਦੀ ਹੈ। ਰਾਗ ਗੌੜੀ ਹੈ ਥਿੱਤੀ। ਸੋ ਥੱਤੇ ਨੂੰ ਸਿਹਾਰੀ, ਤੱਤੇ ਨੂੰ ਬਿਹਾਰੀ ਉੱਪਰ ਟਿੱਪੀ ਵੀ ਬੋਲਣੀ ਹੈ, ਕੱਲਾ ਥਿੱਤੀ ਨਹੀਂ ਕਹਿ ਦੇਣਾ। ਥਿੱਤੀ ਥਿੱਤਾਂ ਦੀ ਬਾਣੀ ਕਬੀਰ ਸਾਹਿਬ ਜੀ ਕੀ। ਕੱਕੇ ਨੂੰ ਬਿਹਾਰੀ ਉੱਪਰ ਟਿੱਪੀ ਹੈ, ਕੱਲਾ ਕੀ ਨਹੀਂ ਬੋਲਣਾ, ਕੀ। ਸੋ ਕਹਿੰਦੇ ਥਿੱਤਾਂ ਦੀ ਬਾਣੀ ਕਬੀਰ ਸਾਹਿਬ ਜੀ ਕੀ, ਭਾਵ ਦੀ ਬਾਣੀ ਉਚਾਰਨ ਕੀਤੀ ਹੋਈ ਹੈ। ਸਲੋਕ 15 ਥਿੱਤੀ 7 ਵਾਰ, ਕਹਿ ਕਬੀਰ ਉਰ ਵਾਰ ਨ ਪਾਰ। ਪਹਿਲਾ ਸ਼ਲੋਕ ਦੁਆਰਾ ਕਥਨ ਕਰਦੇ ਹਨ ਕਿ ਇਹ ਪੰਡਤ ਜੀ 15 ਥਿੱਤੀ ਥਿੱਤਾਂ ਅਤੇ 7 ਕਹੀਏ 7 ਵਾਰ ਦਿਨ ਹੁੰਦੇ। ਕਹਿ ਕਬੀਰ, ਭਗਤ ਕਬੀਰ ਸਾਹਿਬ ਜੀ ਕਹਿ ਰਹੇ, ਕਥਨ ਕਰਦੇ ਆ ਕਿ ਇਹਨਾਂ ਦਾ ਹੀ ਉਰਵਾਰ ਉਰਲਾ ਪਾਸਾ ਅਤੇ ਪਾਰ ਪਾਰਲਾ ਪਾਸਾ ਨਹੀਂ ਪਾਇਆ ਜਾਂਦਾ। ਭਾਵ ਕਿ ਪਹਿਲਾਂ ਕਿਹੜੀ ਥਿੱਤ ਹੈ, ਜੇ ਏਕਮ ਨੂੰ ਕਹਾਂਗੇ ਤਾਂ ਉਸ ਤੋਂ ਪਹਿਲਾਂ ਮੱਸਿਆ ਜਾਂ ਪੁੰਨਿਆ ਆਈ ਹੈ। ਇਸੇ ਪ੍ਰਕਾਰ 7 ਵਾਰਾਂ ਵਿੱਚੋਂ ਪਹਿਲਾਂ ਕਿਹੜਾ ਵਾਰ ਹੈ। ਜੇਕਰ ਐਤਵਾਰ ਨੂੰ ਕਹਾਂਗੇ ਤਾਂ ਉਸ ਤੋਂ ਪਹਿਲਾਂ ਸ਼ਨਿਚਰ ਵਾਰ ਆਇਆ ਹੈ। ਇਉਂ ਇਹਨਾਂ ਦਾ ਪਾਰ ਨਹੀਂ ਪਾਇਆ ਜਾ ਸਕਦਾ। ਜਿਹੜਾ ਇਹਨਾਂ 15 ਥਿੱਤਾਂ ਅਤੇ 7 ਵਾਰਾਂ ਦਾ ਹੀ ਵਿਚਾਰ ਕਰਦਾ ਰਹੇਗਾ ਅਤੇ ਆਤਮਾ ਦਾ ਚਿੰਤਨ ਨਹੀਂ ਕਰੇਗਾ, ਉਸ ਦੇ ਜਨਮਾਂ ਦਾ ਉਰਵਾਰ ਪਾਰ ਨਹੀਂ ਪਾਇਆ ਜਾਵੇਗਾ ਕਿ ਉਹ ਕਿੰਨੇ ਕੁ ਜਨਮ ਹੋਰ ਧਾਰਨ ਕਰੇਗਾ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਇਹਨਾਂ 15 ਥਿੱਤਾਂ ਅਤੇ 7 ਵਾਰਾਂ ਦੁਆਰਾ ਉਸ ਪਰਮੇਸ਼ਰ ਦਾ ਉਰਵਾਰ ਉਰਲਾ ਅਤੇ ਪਰਲਾ ਪਾਸਾ ਨਹੀਂ ਪਾਇਆ ਜਾ ਸਕਦਾ। ਉਰਵਾਰ ਇਸ ਲੋਕ ਦਾ ਅਤੇ ਪਾਰ ਪਰਲੋਕ ਦਾ ਪੂਰਾ ਗਿਆਨ ਨਹੀਂ ਹੋ ਸਕਦਾ। ਇਹਨਾਂ 15 ਥਿੱਤਾਂ ਅਤੇ 7 ਵਾਰਾਂ ਦੀ ਪੂਜਣ ਵਾਲਾ ਇਸ ਸੰਸਾਰ ਵਿੱਚ ਹੀ ਜੂਨਾਂ ਵਿੱਚ ਭੌਂਦਾ ਫਿਰਦਾ ਹੈ, ਨਾ ਪਾਰ ਪਰਲੇ ਮੁਕਤੀ ਰੂਪੀ ਕਿਨਾਰੇ 'ਤੇ ਨਹੀਂ ਪਹੁੰਚ ਸਕਦਾ। ਸਾਧਕ ਸਿੱਧ ਲਖੈ ਜੋ ਭੇਉ, ਆਪੇ ਕਰਤਾ ਆਪੇ ਦੇਉ। ਸਾਧਕ ਸਾਧਨਾ ਕਰਨ ਵਾਲੇ, ਜਗਿਆਸੂ ਅਤੇ ਸਿੱਧ 84 ਸਿੱਧ ਸਿੱਧੀਆਂ ਪ੍ਰਾਪਤ ਕਰਨ ਵਾਲੇ, ਜੇਕਰ ਇਹ ਗੁਰਾਂ ਦੁਆਰਾ ਇਸ ਭੇਦ ਨੂੰ ਲਖਿਆ ਜਾਣ ਲੈਣ ਕਿ ਉਹ ਪਰਮੇਸ਼ਰ ਆਪ ਹੀ ਜਗਤ ਨੂੰ ਕਰਤਾ ਪੈਦਾ ਕਰਨ ਵਾਲਾ ਹੈ ਅਤੇ ਆਪ ਹੀ ਦੇਵ ਪ੍ਰਕਾਸ਼ ਰੂਪ ਹੈ, ਦੇਵ ਰਾਜਾ ਰੂਪ ਹੈ, ਆਪ ਹੀ ਜੀਵ ਰੂਪ ਹੋ ਕੇ ਕਰਮਾਂ ਨੂੰ ਕਰਨ ਵਾਲਾ ਬਣਿਆ ਹੈ ਅਤੇ ਆਪ ਹੀ ਕਰਮਾਂ ਅਨੁਸਾਰ ਜੀਵਾਂ ਨੂੰ ਫਲ ਦੇਣ ਵਾਲਾ ਈਸ਼ਰ ਰੂਪ ਹੈ, ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਨ ਵਾਲਾ ਹੈ, ਆਪ ਹੀ ਦੇਵ ਕਲਿਆਣ ਦੇਣ ਵਾਲਾ ਹੈ। ਥਿੱਤੀ ਹੁਣ ਥਿੱਤਾਂ ਦੁਆਰਾ ਉਪਦੇਸ਼ ਦਿੰਦੇ ਹਨ।
ਅਮਾਵਸ ਮਹਿ ਆਸ ਨਿਵਾਰਹੁ, ਅੰਤਰ ਜਾਮੀ RAM ਸੰਭਾਰਹੁ। ਅਮਾਵਸ ਦਾ ਮੱਸਿਆ ਦੁਆਰਾ ਸਿੱਖਿਆ ਦਿੰਦੇ ਹਨ ਕਿ ਆਪਣੇ ਹਿਰਦੇ ਵਿੱਚੋਂ ਦੁਨੀਆ ਦੇ ਪਦਾਰਥਾਂ ਦੀ ਇੱਛਾ ਨੂੰ ਨਿਵਾਰਨਾ ਕਰੋ, ਮੇਟਣਾ ਕਰੋ। ਭਾਵ ਸੰਸਾਰ ਦੇ ਅੰਦਰ ਨਿਰਾਸੇ ਹੋ ਕੇ ਰਹਿਣਾ ਕਰੋ। ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ RAM ਪਰਮੇਸ਼ਰ ਦੇ ਤਾਈਂ ਸਮਾਰੋ ਕੀਏ, ਯਾਦ ਕਰੋ, ਸਿਮਰਨ ਕਰੋ। ਜੀਵਤ ਪਾਵੋ ਮੋਖ ਦੁਆਰ, ਅਨਭਉ ਸ਼ਬਦ ਤਤ ਨਿਜ ਸਾਰ। ਫਿਰ ਭਾਈ ਜਿਉਂਦੇ ਜਿਉਂਦੇ ਮੋਖ ਮੁਕਤੀ ਦਾ ਦੁਆਰਾ ਬ੍ਰਹਮ ਗਿਆਨ ਪਾ ਲਵੋਗੇ। ਜੀਵਨ ਰੂਪ ਜੋ ਬ੍ਰਹਮ ਹੈ ਉਸ ਦਾ ਦੁਆਰ ਗਿਆਨ ਪ੍ਰਾਪਤ ਕਰਕੇ ਮੁਕਤੀ ਪਾ ਲਵੋਗੇ। ਅਨਭਉ ਸ਼ਬਦ ਤਤ ਨਿਜ ਸਾਰ। ਸੋ ਪਾਤਸ਼ਾਹ ਫਰਮਾਉਂਦੇ, ਅਨਭਉ ਸੁਤੇ ਪ੍ਰਕਾਸ਼ ਸਰੂਪ ਜੋ ਗਿਆਨ ਹੈ, ਗੁਰਾਂ ਦੇ ਉਪਦੇਸ਼ ਕਰਕੇ ਤਤ ਸਰੂਪ ਨੂੰ ਜਾਣੀਦਾ ਹੈ। ਇਸ ਪ੍ਰਕਾਰ ਸਾਰ ਅਸਲੀ ਰੂਪ ਆਪਣਾ ਆਤਮਾ ਹੀ ਹੈ। ਚਰਨ ਕਮਲ ਗੋਬਿੰਦ ਰੰਗ ਲਾਗਾ। ਹੇ ਭਾਈ, ਜਿਨ੍ਹਾਂ ਦਾ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਮਨ ਨਾਲ ਰੰਗ ਪ੍ਰੇਮ ਲੱਗ ਗਿਆ ਹੈ। ਸੰਤ ਪ੍ਰਸਾਦ ਭਏ ਮਨ ਨਿਰਮਲ, ਹਰ ਕੀਰਤਨ ਮਹਿ ਅਨਦਿਨ ਜਾਗਾ ਰਹਾਉ। ਉਹਨਾਂ ਦੇ ਮਨ ਹਿਰਦੇ ਸੰਤ ਗੁਰੂ ਸਾਹਿਬ ਮਹਾਂਪੁਰਖਾਂ ਦੀ ਕਿਰਪਾ ਪ੍ਰਸਾਦ ਕਿਰਪਾ ਕਰਕੇ ਨਿਰਮਲ ਸ਼ੁੱਧ ਉਜਲ ਹੋ ਗਏ ਅਤੇ ਹਰ ਮਹਾਂਪੁਰਸ਼ ਪਰਮੇਸ਼ਰ ਦੇ ਜਸ ਕਰਨ ਵਿੱਚ ਅਨਦਿਨ ਰਾਤ ਦਿਨ ਜਾਗ ਪਏ ਹਨ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਪਰਿਵਾ ਪ੍ਰੀਤਮ ਕਰੋ ਵਿਚਾਰ, ਘਟ ਮਹਿ ਖੇਲੈ ਅਘਟ ਅਪਾਰ। ਪਰਵਾ ਹੁੰਦਾ ਏਕਮ ਥਿਤ ਦੁਆਰਾ ਕਹਿੰਦੇ ਹਨ ਕਿ ਹੇ ਭਾਈ, ਪ੍ਰੀਤਮ ਅਕਾਲ ਪੁਰਖ ਪਰਮੇਸ਼ਰ ਗੁਰੂ ਪਿਆਰਿਆਂ ਨਾਲ ਮਿਲ ਕਰਕੇ ਵਿਚਾਰ ਕਰਨੀ ਕਰੋ। ਫਿਰ ਉਹ ਪ੍ਰਸ਼ਨ ਕਰਦੇ ਕਬੀਰ ਜੀ, ਹੇ ਭਗਤ ਕਬੀਰ ਜੀ, ਉਹ ਪਰਮੇਸ਼ਰ ਰਹਿੰਦਾ ਕਿੱਥੇ ਹੈ? ਕਬੀਰ ਜੀ ਦੱਸਦੇ, ਹੇ ਪੰਡਤ ਜੀ, ਉਹ ਅਪਾਰ ਬੇਅੰਤ ਪ੍ਰਭੂ ਅਘਟ ਸਰੀਰਾਂ ਤੋਂ ਰਹਿਤ ਹੈ, ਪਰੰਤੂ ਸਾਰਿਆਂ ਘਟ ਹਿਰਦਿਆਂ ਵਿੱਚ ਖੇਲੈ ਖੇਲ ਰਿਹਾ। ਅਘਟ ਇੱਕ ਰਸ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਸਾਰੇ ਘਟ ਸਰੀਰਾਂ ਵਿੱਚ ਖੇਲ ਰਿਹਾ ਹੈ। ਉਸ ਪਰਮੇਸ਼ਰ ਨਾਲ ਘਟ ਹਿਰਦੇ ਵਿੱਚ ਪ੍ਰੇਮ ਦੀ ਖੇਲ ਖੇਡਣਾ ਕਰੇ। ਕਾਲ ਕਲਪਨਾ ਕਦੇ ਨ ਖਾਏ, ਕਾਲ ਕਲਪਨਾ ਕਦੇ ਨ ਖਾਏ, ਆਦਿ ਪੁਰਖ ਮਹਿ ਰਹਿ ਸਮਾਏ। ਫਿਰ ਉਸ ਭਗਤ ਨੂੰ ਕਾਲ ਜਮਕਾਲ ਅਤੇ ਸੰਸਾਰ ਦੀ ਕਲਪਨਾ ਹੁਜਤ ਤਰਕ ਕਦਾ ਚਿੱਤ ਵੀ ਨਹੀਂ ਖਾ ਸਕੇਗੀ। ਫਿਰ ਸਵਾਲ ਕਰਦੇ, ਹੈ ਕਬੀਰ ਸਾਹਿਬ ਜੀ, ਫਿਰ ਉਹ ਭਗਤ ਕਿੱਥੇ ਜਾਏਗਾ? ਭਗਤ ਜੀ ਦੱਸਦੇ, ਉਹ ਭਗਤ ਸਭਨਾਂ ਦੇ ਆਦ ਮੁੱਢ ਰੂਪ ਅਤੇ ਪੁਰਖ ਪੂਰਨ ਰੂਪ ਪਰਮੇਸ਼ਰ ਦੇ ਵਿੱਚ ਸਮਾਇਆ ਰਹਿੰਦਾ ਹੈ। ਦੁਤੀਆ ਦੁਹ ਕਰ ਜਾਣੈ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ। ਦੁਤੀਆਂ ਦਾ ਦੂਜ ਥਿਤ ਦੁਆਰਾ ਕਥਨ ਕਰਦੇ ਹਨ ਕਿ ਹੇ ਅੰਗ ਪਿਆਰੇ, ਉਸ ਪਰਮੇਸ਼ਰ ਦਾ ਜਾਣਨਾ ਬਹੁਤ ਹੀ ਦੋਹ ਕਰ ਕਠਨ ਹੈ। ਹੇ ਅੰਗ ਪਿਆਰੇ, ਸੰਸਾਰ ਨੂੰ ਦੋਹਾਂ ਕਰ ਕਰਕੇ ਬਣਿਆ ਹੋਇਆ ਜਾਣਨਾ ਕਰ। ਇੱਕ ਤਾਂ ਮਾਇਆ ਅਤੇ ਦੂਸਰਾ ਬ੍ਰਹਮ ਪਰਮੇਸ਼ਰ ਕਰਕੇ ਬਣਿਆ ਹੈ। ਬ੍ਰਹਮ ਸਾਰਿਆਂ ਦੇ ਸੰਗ ਨਾਲ ਰਮਿਆ ਹੋਇਆ, ਨਾ ਉਹ ਬੜੈ ਨਾ ਘਟਦਾ ਜਾਏ, ਅਕੁਲ ਨਿਰੰਜਨ ਏਕੈ ਭਾਏ। ਹੇ ਭਾਈ, ਉਹ ਬ੍ਰਹਮ ਨਾ ਤਾਂ ਬੜੈ ਵੱਧਦਾ ਹੈ, ਨਾ ਘਟਦਾ ਹੈ, ਨਾ ਹੀ ਕਿਤੇ ਜਾਂਦਾ ਹੈ, ਇੱਕ ਰਸ ਰਹਿੰਦਾ ਹੈ। ਅਕੁਲ ਕੁਲਾਂ ਤੋਂ ਰਹਿਤ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਸਦਾ ਏਕੈ ਭਾਏ, ਇੱਕ ਰਸ ਰਹਿੰਦਾ। ਇੱਕ ਦਾ ਹੀ ਭਾਏ ਪ੍ਰਕਾਸ਼ ਹੈ। ਉਸ ਇੱਕ ਵਿੱਚ ਭਾਏ ਪ੍ਰੇਮ ਕਰਨਾ ਚਾਹੀਦਾ। ਤ੍ਰਿਤੀਆ ਤੀਨੇ ਸਮ ਕਰ ਲਿਆਵੈ, ਆਨੰਦ ਮੂਲ ਪਰਮ ਪਦ ਪਾਵੈ। ਤ੍ਰਿਤੀਆ ਭਾਵ ਤੀਜ ਥਿਤ ਦੁਆਰਾ ਕਥਨ ਕਰਦੇ ਹਨ ਕਿ ਤਿੰਨੇ ਦੇਵਤੇ ਬ੍ਰਹਮਾ ਵਿਸ਼ਨੂੰ ਮਹੇਸ਼ ਜੋ ਵੱਖਰੇ ਵੱਖਰੇ ਮੰਨੇ, ਇਹਨਾਂ ਤਿੰਨਾਂ ਵਿੱਚ ਸਮਤਾ ਭਾਵ ਏਕਤਾ ਕਰਕੇ ਲਿਆਉਣਾ ਕਰੇ ਕਿ ਪਰਮੇਸ਼ਰ ਹੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਪਾਲਣਾ ਅਤੇ ਲੈਤਾ ਕਰ ਰਿਹਾ। ਤਿੰਨੇ ਜੋ ਰਾਜਸੀ ਤਾਮਸੀ ਸਾਂਤਕੀ ਸੁਭਾਅ ਹਨ, ਇਹਨਾਂ ਤਿੰਨਾਂ ਨੂੰ ਪ੍ਰਕਾਸ਼ਨ ਵਾਲਾ ਜੋ ਚੇਤਨ ਹੈ ਉਸ ਵਿੱਚ ਸਮਬਿਰਤੀ ਕਰਕੇ ਲਿਆਉਣਾ ਕਰੇ। ਤਿੰਨ ਜੋ ਹਿਰਨ ਗਰਭ
ਅਭਿਆਕ੍ਰਿਤ ਅਤੇ ਵਿਰਾਟ ਹਨ। ਇਹਨਾਂ ਤਿੰਨਾਂ ਵਿੱਚ ਇੱਕੋ ਚੇਤਨ ਵਿਆਪਕ ਹੈ। ਇਹ ਸਮਤਾ ਕਰਕੇ ਬਿਰਤੀ ਨੂੰ ਲਿਆਉਣਾ ਕਰੇ, ਅਰਥਾਤ ਟਿਕਾਉਣਾ ਕਰੇ। ਫਿਰ ਇਹ ਪਰਮ ਪਦਵੀ ਨੂੰ ਆਨੰਦ ਮੂਲ ਪਰਮ ਪਦ ਪਾਵੈ। ਸੋ ਆਨੰਦ ਮੂਲ ਜੋ ਮੁੱਢ ਪਰਮ ਵੱਡਾ ਸੁਖ ਆਨੰਦ ਹੈ, ਸੋ ਮੁੱਢ ਰੂਪ ਪਰਮ ਵੱਡੀ ਪਦ ਪਦਵੀ ਭਾਵ ਆਤਮਾਨੰਦ ਰੂਪੀ ਪਦਵੀ ਨੂੰ ਪਾ ਲੈਂਦਾ ਹੈ। ਸਾਧ ਸੰਗਤ ਉਪਜੈ ਵਿਸਵਾਸ, ਬਾਹਰ ਭੀਤਰ ਸਦਾ ਪਰਗਾਸ। ਸਤਸੰਗਤ ਦੁਆਰਾ ਜੋ ਸ੍ਰੇਸ਼ਟ ਪੁਰਸ਼ ਹਨ, ਜਿਨ੍ਹਾਂ ਨੇ ਮਨ ਨੂੰ ਸਾਧਿਆ, ਉਹਨਾਂ ਦੀ ਸੰਗਤ ਕਰਕੇ ਮਨ ਵਿੱਚ ਪਰਮੇਸ਼ਰ ਪ੍ਰਤੀ ਵਿਸ਼ਵਾਸ ਭਰੋਸਾ ਪੈਦਾ ਹੋ ਜਾਂਦਾ। ਉਦੋਂ ਬਾਹਰ ਬ੍ਰਹਿਮੰਡ ਅਤੇ ਸਰੀਰ ਭੀਤਰ ਅੰਦਰ ਸਦੀਵ ਪਰਮੇਸ਼ਰ ਦਾ ਪ੍ਰਕਾਸ਼ ਦਿਸ ਆਉਂਦਾ ਹੈ। ਚੌਥਾ ਹੈ ਚੰਚਲ ਮਨ ਕੋ ਗਹੁ, ਕਾਮ ਕ੍ਰੋਧ ਸੰਗ ਕਬਹੁ ਨ ਬਹੁ। ਕਾਮ ਕ੍ਰੋਧ ਸੰਗ ਕਬਹੁ ਨ ਬਹੁ। ਸੋ ਪਾਠਾਂ ਦਾ ਖਿਆਲ ਰੱਖਣਾ ਹੈ, ਬੜੇ ਧਿਆਨ ਨਾਲ ਕਰਨਾ। ਕਾਮ ਕ੍ਰੋਧ ਸੰਗ ਕਬਹੁ ਨ ਬਹੁ, ਜਾਂ ਤਾਂ ਇੱਥੇ ਅਸੀਂ ਕਬਹੂ ਪੜ੍ਹ ਜਾਂਦੇ ਹਾਂ ਜਾਂ ਬਹੁ ਪੜ੍ਹ ਜਾਂਦੇ ਕਾਲੀ 'ਚ। ਸੋ ਚੌਥ ਦਿੱਤ ਦੁਆਰਾ ਸਿੱਖਿਆ ਦਿੰਦੇ ਹਨ ਕਿ ਇਹ ਭਾਈ ਆਪਣੇ ਚਲਾਏਮਾਨ ਅੰਤਸ਼ਕਰਨ ਮਨ ਨੂੰ ਸਮਦਮ ਸਾਧਨਾ ਦੁਆਰਾ ਪਕੜਨਾ ਕਰੋ, ਅਤੇ ਜਿਨ੍ਹਾਂ ਦੀ ਸੰਗਤ ਕਰਕੇ ਕਾਮ ਕ੍ਰੋਧ ਦਾ ਫੁਰਨਾ ਆਵੇ, ਉਹਨਾਂ ਦੀ ਸੰਗਤ ਵਿੱਚ ਕਦੇ ਵੀ ਨਾ ਬੈਠਣਾ ਕਰੋ। ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਵਿੱਚ ਨਾ ਰੁੜੋ। ਜਲ ਥਲ ਮਾਹੇ ਆਪਹਿ ਆਪ, ਆਪੈ ਜਪਹੁ ਆਪਣਾ ਜਾਪ। ਜਲਾਂ ਥਲਾਂ ਵਿੱਚ ਆਪਣਾ ਆਪ ਰੂਪ ਪਰਮੇਸ਼ਰ ਹੈ। ਪਾਣੀ ਵਾਲੇ ਸਥਾਨਾਂ ਭਾਵ ਪ੍ਰੇਮ ਵਾਲੇ ਪੁਰਖਾਂ ਵਿੱਚ, ਥਲ ਖੁਸ਼ਕ ਭਾਵ ਸਕਾਮੀ ਲੋਕਾਂ ਵਿੱਚ, ਮਾਹੇ ਬੁੱਧੀਵਾਨ ਗਿਆਨਵਾਨਾਂ ਵਿੱਚ, ਮਾਹੇ ਚੰਦਰਮਾ ਲੋਕ, ਮਾਹੇ ਮੱਛੀ ਲੋਕ ਭਾਵ ਪਾਤਾਲ ਲੋਕ ਆਦਿ ਸਾਰਿਆਂ ਵਿੱਚ ਆਪਣਾ ਆਪ ਰੂਪ ਹੈ। ਪਾਂਚੈ ਪੰਚ ਤਤ ਵਿਸਥਾਰ, ਕਨਕ ਕਾਮਨੀ ਜੁਗ ਬਿਵਹਾਰ। ਪੰਜਵੀਂ ਥਿਤ ਦੁਆਰਾ ਸਿੱਖਿਆ ਕਥਨ ਕਰਦੇ ਹਨ ਕਿ ਪੰਜਾਂ ਤੱਤਾਂ ਭਾਵ ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ ਅਤੇ ਅਸਥੂਲ ਪੰਜਾਂ ਤੱਤਾਂ ਦੁਆਰਾ ਅਸਥੂਲ ਸ੍ਰਿਸ਼ਟੀ ਦਾ ਫੈਲਾਅ ਕੀਤਾ ਹੈ। ਪੰਜਾਂ ਤੱਤਾਂ ਦਾ ਵਿਸਥਾਰ ਸੰਸਾਰ ਪੈਦਾ ਕੀਤਾ ਹੈ। ਜੀਵ ਅਗਿਆਨ ਕਰਕੇ ਇਸ ਵਿੱਚ ਕਨਕ ਸੋਨਾ, ਕਾਮਨੀ ਇਸਤਰੀ, ਜੁਗ ਦੋਵਾਂ ਦੀ, ਜੁਗ ਨਾਮ ਦੋਵਾਂ ਦਾ ਵੀ ਆ, ਦੋਵਾਂ ਦੀ ਪ੍ਰਾਪਤੀ ਦੇ ਵਿਹਾਰ ਵਿੱਚ ਪਏ ਹਨ। ਭਾਵ ਜਾਂ ਪਦਾਰਥ ਇਕੱਠੇ ਕਰ ਲੈਣੇ ਜਾਂ ਭੋਗਾਂ ਨੂੰ ਭੋਗ ਲੈਣਾ, ਇਹਨਾਂ ਵਿਹਾਰਾਂ ਵਿੱਚ ਹੀ ਲੱਗੇ ਰਹਿੰਦੇ ਆ। ਪ੍ਰੇਮ ਸੁਧਾ ਰਸ ਪੀਵੈ ਕੋਇ, ਜਰਾ ਮਰਨ ਦੁੱਖ ਫੇਰ ਨ ਹੋਏ। ਹੇ ਭਾਈ, ਜਿਹੜਾ ਕੋਈ ਇਹਨਾਂ ਪਦਾਰਥਾਂ ਤੇ ਵਿਸ਼ਿਆਂ ਵੱਲੋਂ ਵਿਰਾਗ ਧਾਰਨ ਕਰਕੇ ਪ੍ਰੇਮ ਰੂਪ ਸੁਧਾ ਅੰਮ੍ਰਿਤ ਰਸ ਨੂੰ ਪੀਂਦਾ ਹੈ, ਉਸ ਨੂੰ ਫਿਰ ਮੁੜ ਕੇ ਜਰਾ, ਬੁਢੇਪੇ ਅਤੇ ਮਰਨ ਆਦਿ ਦਾ ਦੁੱਖ ਕਸ਼ਟ ਨਹੀਂ ਹੁੰਦਾ। ਜੰਮਣ ਮਰਨ ਦਾ ਦੁੱਖ ਅਤੇ ਫਿਰ 84 ਦਾ ਫੇਰਾ ਨਹੀਂ ਹੋਵੇਗਾ। ਛਠ ਖਟ ਚੱਕਰ ਛਹੂ ਦਿਸ ਧਾਏ, ਬਿਨ ਪਰਚੈ ਨਹੀਂ ਥਿਰਾ ਰਹਾਏ। ਛਠ ਭਾਵ ਖਸ਼ਟਮੀ ਥਿਤ ਦੁਆਰਾ ਸਿੱਖਿਆ ਕਥਨ ਕਰਦੇ ਹਨ। ਛਠ ਨਾਮ ਛੇ ਦਾ ਹੈ, ਸੋ ਛੇਵੀਂ ਖਸ਼ਟਮ ਨਾਮ ਛੇ ਦਾ ਹੈ। ਖਸ਼ਟਮੀ ਛੇਵੀਂ ਥਿਤ ਦੁਆਰਾ ਸਿੱਖਿਆ ਦਿੰਦੇ ਕਿ 6 ਚੱਕਰਾਂ ਮੂਲਾ ਧਾਰ, ਸਵੈ ਦਿਸ਼ਠਾਨ, ਮਨੀਪੂਰਕ, ਅਨਹਤ, ਵਿਸ਼ੁੱਧ ਆਗਿਆ। ਖਟ ਚੱਕਰ 5 ਗਿਆਨ ਇੰਦਰੀ ਅਤੇ 6ਵਾਂ ਮਨ। ਇਹਨਾਂ 6 ਚੱਕਰਾਂ ਦੁਆਰਾ ਬਣਿਆ ਸਰੀਰ ਛਹੂ ਦਿਸ, 6 ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਣ ਆਕਾਸ਼ ਪਾਤਾਲ ਵਿੱਚ ਧਾਏ ਦੌੜਦਾ ਫਿਰਦਾ। ਬਿਨਾਂ ਨਾਮ ਦੇ ਪ੍ਰੇਮ ਦੇ ਪਰਚੇ ਤੋਂ ਮਨ ਥਿਰਾ ਸਥਿਤ ਹੋ ਕੇ ਨਹੀਂ ਰਹਿ ਸਕਦਾ। ਦੁਬਦਾ ਮੇਟ ਖਿਮਾ ਗਹਿ ਰਹੋ, ਕਰਮ ਧਰਮ ਕੀ ਸੂਲ ਨ ਸਹੋ। ਗੁਰਾਂ ਦੀ ਕਿਰਪਾ ਦੁਆਰਾ ਦੁਬਦਾ ਦਵੈਤ ਨੂੰ ਮੇਟ ਕਰਕੇ ਦੁੱਖ ਸਹਾਰਨ ਵਾਲੀ ਚਿੱਤ ਦੀ ਬਿਰਤੀ ਨੂੰ ਗਹਿ ਪਕੜ ਕੇ ਫੜ ਕੇ ਰੱਖਣਾ ਕਰੋ। ਨਿਤ ਨਿਮਿਤ ਪ੍ਰਾਸ਼ਚਿਤ ਨਖਿੱਧ ਆਦਿਕ ਕਰਮਾਂ ਦੀ ਅਤੇ ਧਰਮ ਜਗ ਆਦਿਕਾਂ ਦੀ ਸੂਲ ਪੀੜਾ ਨੂੰ ਨਾ ਸਹੋ ਸਹਾਰਨਾ ਕਰੋ। ਸਾਤੈ ਸਤ ਕਰ ਬਾਚਾ ਜਾਣ, ਆਤਮ ਰਾਮ ਲੇਹੁ ਪਰਵਾਣ।
ਸੋ ਸਾਤੈ ਨਹੀਂ ਕਹਿਣਾ, ਤੱਤੇ ਦੇ ਦੁਲਾਵਾਂ ਨਾਲ ਬਿੰਦੀ ਵੀ ਲੱਗੀ ਆ, ਸੋ ਨੱਕ 'ਚ ਥੋੜ੍ਹਾ ਜਿਹਾ ਬੋਲਣਾ। ਸਾਤੈ ਸਪਤਮੀ ਭਾਵ ਸੱਤਵੀਂ ਥਿਤ ਦੁਆਰਾ ਸਿੱਖਿਆ ਦਿੰਦੇ ਆ ਕਿ ਹੇ ਭਾਈ ਸਤਿਗੁਰਾਂ ਦੇ ਬਚਨਾਂ ਨੂੰ ਸੱਚ ਕਰਕੇ ਜਾਣਨਾ ਕਰੋ ਅਤੇ ਆਪਣੇ ਆਪ ਨੂੰ ਰਮੇ ਹੋਏ ਵਿਆਪਕ ਬ੍ਰਹਮ ਦਾ ਰੂਪ ਹੀ ਮੰਨਣਾ ਕਰੋ, ਨਿਸ਼ਚੇ ਕਰ ਲਵੋ। ਛੂਟੈ ਸੰਸਾ ਮਿਟ ਜਾਹੇ ਦੁੱਖ, ਸੁਨ ਸਰੋਵਰ ਪਾਵੋ ਸੁਖ। ਹੇ ਭਾਈ, ਜਦੋਂ ਤੁਹਾਡਾ ਪ੍ਰਮਾਣਗਤ ਸੰਸਾ ਪ੍ਰਮੇਯਗਤ ਸੰਸਾ ਛੁੱਟ ਜਾਵੇਗਾ, ਉਸ ਵੇਲੇ ਜੰਮਣ ਮਰਨ ਆਦਿਕ ਕਸ਼ਟ ਵੀ ਮਿਟ ਜਾਣਗੇ, ਨਾਸ ਹੋ ਜਾਣਗੇ। ਸੁਨ ਜੋ ਸਰੋਵਰ 10ਵੇਂ ਦੁਆਰ ਰੂਪੀ ਸਰੋਵਰ ਵਿੱਚ ਚੇਤਨ ਦੀ ਲਾਟ ਦੇਖ ਕੇ ਉੱਥੇ ਸਥਿਤ ਹੋ ਕੇ ਆਨੰਦ ਪਾਉਣਾ ਕਰੋਗੇ। ਸੁਨ ਅਫੁਰ ਬ੍ਰਹਮ ਰੂਪੀ ਸਰੋਵਰ ਵਿੱਚ ਸਥਿਤ ਹੋ ਕੇ ਸੁਖ ਸਰੂਪ ਨੂੰ ਪਾ ਲਵੋਗੇ। ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤਾ ਮਹਿ ਅਕੁਲ ਮਹਾ ਨਿਦਰਾਇਆ। ਅਸ਼ਟਮੀ ਭਾਵ 8ਵੀਂ ਥਿਤ ਦੁਆਰਾ ਸਿੱਖਿਆ ਕਥਨ ਕਰਦੇ ਹਨ ਕਿ ਜੋ ਅਸ਼ਟ 8 ਧਾਤਾਂ ਦੀ ਕਾਇਆ ਦੇਹ ਬਣੀ ਹੋਈ, 4 ਮਾਤਾ ਦੀਆਂ ਰਕਤ ਰੋਮ ਨਾੜੀ ਤੁਚਾ ਅਤੇ 4 ਪਿਤਾ ਦੀਆਂ ਅਸਤ ਬੀਰਜ ਮਿਜ ਚਰਬੀ, 5 ਤੱਤ ਅਤੇ 3 ਗੁਣਾਂ ਦੀ ਈਸ਼ਰ ਦੀ ਬ੍ਰਹਮ ਰੂਪੀ ਕਾਇਆ ਬਣੀ ਹੋਈ। ਕਾਇਆ ਸਰੀਰ ਬੁੱਧੀ ਦੇ ਅੰਦਰ ਅਸ਼ਟ 5 ਕਾਮ ਕ੍ਰੋਧ ਅਤੇ 3 ਗੁਣ ਹਰ ਵੇਲੇ ਧਾਤ ਦੌੜਦੇ ਫਿਰਦੇ ਆ। ਅਸ਼ਟ ਧਾਤ ਵਿਵੇਕ ਵੈਰਾਗ ਖੜ ਸੰਮਤੀ ਮੋਖ ਇੱਛਾ ਸ਼ਰਵਣ ਮੰਨਣ ਨਿਧਿਆਸਣ ਅਤੇ ਤਤ ਤਵੰਗ ਦਾ ਸੰਸ਼ੋਧਨ ਇਹ ਸਾਧਨਾ ਦੇ ਜੋ ਸੰਪੰਨ ਹਨ, ਉਹਨਾਂ ਨੂੰ ਅਖੰਡ ਚੇਤਨ ਦੇਹ ਦੀ ਪ੍ਰਾਪਤੀ ਹੁੰਦੀ ਹੈ। ਤਾਂ ਕਿ ਇਹ ਤਿਸ ਦੇਹ ਵਿੱਚ ਹੀ ਅਕੁਲ ਕੁਲਾਂ ਤੋਂ ਰਹਿਤ ਮਹਾਨਿਧ ਮਹਾਨਿਧੀਆਂ ਦਾ ਖਜ਼ਾਨਾ ਰਾਜਾ ਰੂਪ ਪ੍ਰਕਾਸ਼ ਰੂਪ ਪਰਮੇਸ਼ਰ ਰਹਿੰਦਾ। ਗੁਰਗਮ ਗਿਆਨ ਬਤਾਵੈ ਭੇਦ, ਉਲਟਾ ਰਹਿ ਅਭੰਗ ਅਛੇਦ। ਗਿਆਨ ਬ੍ਰਹਮ ਗਿਆਨ ਵਿੱਚ ਗਮ ਗਮਤਾ ਰੱਖਣ ਵਾਲੇ ਗੁਰ ਸਤਿਗੁਰੂ ਸਾਹਿਬ ਜੀ ਜਿਗਿਆਸੂ ਦੇ ਤਾਈਂ ਜੀਵ ਈਸ਼ ਦੀ ਏਕਤਾ ਦਾ ਫਰਕ ਬਤਾਵੈ ਦੱਸਣ ਵਾਲੇ ਹਨ ਅਤੇ ਜਿਗਿਆਸੂ ਸੰਸਾਰ ਵੱਲੋਂ ਉਲਟਾ ਉਲਟ ਕੇ ਅਭੰਗ ਨਾਸ ਤੋਂ ਰਹਿਤ ਅਤੇ ਅਭੇਦ ਕੱਟਣ ਤੋਂ ਰਹਿਤ ਸਰੂਪ ਵਿੱਚ ਰਹਿੰਦਾ ਹੈ, ਇਸਤਤ ਹੋ ਜਾਂਦਾ ਹੈ। ਨੌਮੀ ਨਵੈ ਦੁਆਰ ਕਉ ਸਾਧ, ਨੌਮੀ ਨਵੈ ਦੁਆਰ ਕਉ ਸਾਧ, ਬਹਿਤੀ ਮਨਸਾ ਰਾਖੋ ਬਾਂਧ। ਨੌਵੀਂ ਥਿਤ ਦੁਆਰਾ ਸਿੱਖਿਆ ਵਰਣਨ ਕਰਦੇ ਹਨ ਕਿ ਹੇ ਭਾਈ 9 ਗੋਲਕਾਂ ਦਰਵਾਜ਼ੇ ਹਨ। ਇਹਨਾਂ ਵਿੱਚ 10 ਇੰਦਰੀਆਂ ਨੂੰ ਬਾਹਰ ਮੁਖ ਬਿਰਤੀ ਵੱਲੋਂ ਵਿਸ਼ਿਆਂ ਵੱਲੋਂ ਸਾਧ ਰੋਕ ਕੇ ਰੱਖੋ, ਜਿੱਤ ਕੇ ਰੱਖੋ ਅਤੇ ਪਦਾਰਥਾਂ ਵਿੱਚ ਬਹਿਤੀ ਵਹਿੰਦੀ ਰੁੜਦੀ ਜਾਂਦੀ ਮਨਸਾ ਵਾਸ਼ਨਾ ਵੱਲੋਂ ਬੁੱਧੀ ਨੂੰ ਬਾਂਧ ਬੰਨ੍ਹ ਕੇ ਰੱਖਣਾ ਕਰੋ। ਲੋਭ ਮੋਹ ਸਭ ਬੀਸਰ ਜਾਹੁ, ਜੁਗ ਜੁਗ ਜੀਵੋ ਅਮਰ ਫਲ ਖਾਹੁ। ਪਦਾਰਥਾਂ ਦੇ ਜੋੜਨ ਦੇ ਲੋਭ ਲਾਲਚ ਅਤੇ ਸਰੀਰਾਂ ਦੇ ਮੋਹ ਸਨੇਹ ਆਦਿਕ ਸਾਰੇ ਵਿਕਾਰਾਂ ਨੂੰ ਬੀਸਰ ਭੁੱਲ ਜਾਵੋ, ਫਿਰ ਤੁਸੀਂ ਜੁਗਾਂ ਜੁਗਾਂ ਤੱਕ ਜਿਉਂਦੇ ਰਹੋਗੇ ਅਤੇ ਅਮਰ ਮਰਨ ਤੋਂ ਰਹਿਤ ਪਰਮੇਸ਼ਰ ਦੇ ਗਿਆਨ ਰੂਪ ਫਲ ਨੂੰ ਖਾਣਾ ਕਰੋਗੇ। ਦਸਮੀ ਦਹਿ ਦਿਸ ਹੋਏ ਆਨੰਦ, ਛੂਟੈ ਭਰਮ ਮਿਲੈ ਗੋਬਿੰਦ। 10ਵੀਂ ਥਿਤ ਦੁਆਰਾ ਸਿੱਖਿਆ ਵਰਣਨ ਕਰ ਰਹੇ ਹਨ ਕਿ ਫਿਰ ਭਾਈ ਉਦੋਂ 10 ਦਿਸ਼ਾਵਾਂ ਵਿੱਚ ਤੁਹਾਨੂੰ ਆਨੰਦ ਸਰੂਪ ਪ੍ਰਗਟ ਹੋ ਜਾਵੇਗਾ। ਜਿਸ ਵੇਲੇ ਤੁਹਾਡਾ ਭਰਮ ਸੰਸਾ ਛੁੱਟ ਗਿਆ, ਨਿਵਿਰਤ ਹੋ ਗਿਆ, ਉਦੋਂ ਗੋਬਿੰਦ ਪਰਮੇਸ਼ਰ ਮਿਲ ਪਵੇਗਾ। ਜੋਤ ਸਰੂਪੀ ਤਦ ਅਨੂਪ, ਅਮਲ ਅਮਲ ਨ ਮਲਨ ਸ਼ਾਹ ਨਹੀਂ ਧੂਪ। ਸੋ ਉਹ ਜੋਤ ਸਰੂਪੀ ਪ੍ਰਕਾਸ਼ ਰੂਪ ਪਰਮੇਸ਼ਰ ਸਭ ਵੇਦਾਂ ਸ਼ਾਸਤਰਾਂ ਦਾ ਤਤ ਸਿਧਾਂਤ ਰੂਪ ਅਤੇ ਅਨੂਪ ਉਪਮਾ ਤੋਂ ਰਹਿਤ ਹੈ। ਉਹ ਅਵਿਦਿਆ ਰੂਪੀ ਅਮਲ ਮੈਲ ਤੋਂ ਰਹਿਤ ਹੈ। ਉਸ ਵਿੱਚ ਅਮਲ ਉਜਲ ਪੁਣਾ ਸਤੋ ਗੁਣ ਵੀ ਨਹੀਂ ਹੈ ਅਤੇ ਮਲਨ ਨਾ ਮਲਨ ਮਲੀਨ ਤਮੋ ਗੁਣ ਵੀ ਨਹੀਂ ਆ। ਜੜਤਾ ਰੂਪੀ ਸ਼ਾਹ ਛਾਂ ਅਤੇ ਤ੍ਰਿਸ਼ਨਾ ਰੂਪੀ ਧੁੱਪ ਵੀ ਨਹੀਂ ਆ। ਉਹ ਸਦਾ ਅਮਲ ਉਜਲ ਹੈ ਅਤੇ ਪਾਪਾਂ ਰਾਗ ਦਵੈਖ ਦੀ ਮਲਨ ਮਲੀਨਤਾਈ ਨਹੀਂ ਹੈ।
ਸ਼ਾਂਤ ਸਰੂਪ ਹੈ। ਅਗਿਆਨ ਰੂਪ ਸੂਰਜ ਕਰਕੇ, ਰਾਗ ਦਵੈਖ ਦੀਆਂ ਕਿਰਨਾਂ ਕਰਕੇ, ਤ੍ਰਿਸ਼ਨਾ ਰੂਪੀ ਧੁੱਪ ਵੀ ਨਹੀਂ ਹੈ, ਇੱਕ ਰਸ ਰੂਪ ਹੈ। ਏਕਾਦਸੀ ਏਕ ਦਿਸ ਧਾਵੈ, ਤਉ ਜੋਨੀ ਸੰਕਟ ਬਹੁਰ ਨ ਆਵੈ। ਏਕਾਦਸੀ 11ਵੀਂ ਇਕਾਦਸ਼ੀ ਤਿਥ ਦੁਆਰਾ ਸਿੱਖਿਆ ਕਥਨ ਕਰਦੇ ਹਨ ਕਿ ਹੋਰ ਸਾਰੀਆਂ ਦੌੜਾਂ ਹਟਾ ਕਰਕੇ, ਭੱਜ ਦੌੜ ਨੂੰ ਛੱਡ ਕੇ ਇੱਕ ਅਦਵੈਤ ਸਰੂਪ ਪਰਮੇਸ਼ਰ ਦਿਸ ਦਿਸ਼ਾ ਤਰਫ ਹੀ ਧਾਵੈ, ਦੌੜ ਨਾ ਕਰੇ। ਕਹਿਣ ਤੋਂ ਭਾਵ ਸਾਰੀਆਂ ਆਸਾਂ ਛੱਡ ਕੇ ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ ਨਰਕ ਪਰਹਿ ਤੇ ਮਾਨਈ, ਜੋ ਹਰ ਨਾਮ ਉਦਾਸ। ਇੱਕ ਪਰਮੇਸ਼ਰ ਦੀ ਆਸ ਤੱਕਣਾ ਕਰੀਏ, ਉਸ ਦਾ ਪਰਮੇਸ਼ਰ ਦਾ ਭਰੋਸਾ ਰੱਖ ਕੇ ਨਾਮ ਜਪੀਏ, ਤਦੋਂ ਮੁੜ ਕੇ ਮਾਤਾ ਦੇ ਗਰਭ ਦੀਆਂ ਜੋਨੀ ਜੂਨਾਂ ਦੇ ਸੰਕਟ ਵਿੱਚ ਨਹੀਂ ਆਉਣਾ ਹੋਵੇਗਾ। ਸੀਤਲ ਨਿਰਮਲ ਭਇਆ ਸਰੀਰਾ, ਦੂਰ ਬਤਾਵਤ ਪਾਇਆ ਨੀਰਾ। ਪਰਮੇਸ਼ਰ ਦੇ ਸ਼ਾਂਤ ਨਾਮ ਨੂੰ ਪ੍ਰਾਪਤ ਕਰਕੇ, ਸਰੀਰ ਕਰਕੇ ਦੇਹ ਅਭਿਮਾਨ ਤੋਂ ਅਤੇ ਮਨ ਕਰਕੇ ਵਿਸ਼ਿਆਂ ਦੀ ਵਾਸ਼ਨਾ ਪਾਪਾਂ ਦੀ ਮੈਲ ਤੋਂ ਹਟ ਕੇ ਉਜਲ ਹੋ ਜਾਂਦਾ ਹੈ। ਜਿਸ ਪਰਮੇਸ਼ਰ ਨੂੰ ਅਗਿਆਨ ਕਾਲ ਵਿੱਚ ਦੂਰ ਬਤਾਵਤ ਕੀਏ ਦੱਸਦੇ ਸੀ, ਜਦੋਂ ਨਿਰਣਾ ਕੀਤਾ ਤਾਂ ਨੀਰਾ ਨੇੜਿਓਂ ਹੀ ਪਾ ਲਿਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।